ਗਿਆਨ ਕਾ ਸਾਗਰ ਚੈਨਲ ਦੀ ਤਰਫੋਂ ਸ਼ੁਕਰਗੁਜ਼ਾਰ ਹਾਂ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਦਾ। ਸੋ ਪਿਆਰਿਓ, ਜੀਵਨ ਕਥਾ ਗੁੱਗਾ ਯਾਹਰ ਪੀਰ ਜੀ ਭਾਗ 35ਵਾਂ ਲੈ ਕੇ ਹਾਜ਼ਰ ਹੋਏ ਹਾਂ। ਸੋ ਇਸ ਤੋਂ ਪਹਿਲਾਂ ਜਾਣੀ ਕਿ 34ਵੇਂ ਭਾਗ ਦੇ ਵਿੱਚ ਆਪਾਂ ਨੇ ਸੁਣਿਆ ਕਿ ਮਹਾਰਾਣੀ ਸਿਲੀਅਰ ਦੇ ਲੱਗੇ ਹੋਏ ਸ਼ਿੰਗਾਰ ਹੀਰਾ ਦਾਸੀ ने जिस वेले मेहंदी लगी हुई देखी तो महारानी बाशल नूं जाके दसेगी। उस तो पहला उन्हां सारे ही सत्कारयोग वीरां नूं बेनती है कि जिन्हां ने ज्ञान का सागर चैनल अजे तक सबसक्राइब नहीं किया, उन्हां नूं बड़े अदब दे नाल बेनती है कि ज्ञान का सागर चैनल सबसक्राइब करना, वीडियो लाइक करनी है ਅਤੇ ਕਮੈਂਟ ਕਰਕੇ ਦੱਸਣਾ ਕਿ ਇਹ ਵੀਡੀਓ ਕਿਹੋ ਜਿਹੀ ਆ। ਸੋ ਇਸ ਕਥਾ ਤੋਂ ਬਾਅਦ ਮੇਲਾ ਬਾਗੜ ਦਾ ਜਾਣੀ ਕਿ ਗੁੱਗਾ ਯਾਹਰ ਪੀਰ ਜੀ ਦਾ ਇੱਕ ਬੜਾ ਪਿਆਰਾ ਇਤਿਹਾਸ ਹੋਰ ਸ਼ੁਰੂ ਕੀਤਾ ਜਾਵੇਗਾ, ਜਿਹਦੇ ਵਿੱਚ ਜਿਸ ਵੇਲੇ ਯਾਹਰ ਪੀਰ ਜੀ ਨੂੰ ਧਰਤੀ ਦੇ ਵਿੱਚ ਸਮਾਇਆ ਨੂੰ ਤਕਰੀਬਨ 200 ਸਾਲ ਹੋ ਗਿਆ ਸੀ ਤਾਂ ਅਜੇ ਤੱਕ ਯਾਹਰ ਪੀਰ ਜੀ ਦਾ ਕੋਈ ਵੀ ਨਿਸ਼ਾਨ, ਕੋਈ ਵੀ ਦਰਬਾਰ, ਕੋਈ ਵੀ ਮਜ਼ਾਰ ਬਣੀ ਨਹੀਂ ਸੀ। ਯਾਹਰ ਪੀਰ ਜੀ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਉਜਾਗਰ ਕਿਵੇਂ ਕਰਦੇ ਨੇ, ਕਿਵੇਂ ਕਰਵਾਉਂਦੇ ਨੇ, ਇਹ ਬੜੀ ਪਿਆਰੀ ਇੱਕ ਕਥਾ ਇਸ ਤੋਂ ਬਾਅਦ ਸ਼ੁਰੂ ਕਰਾਂਗੇ। ਸੋ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਨੂੰ ਬੇਨਤੀ ਕਿ ਇਸ ਕਥਾ ਨੂੰ ਵੀ ਸਾਰਿਆਂ ਨੇ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਸੁਣਨਾ ਹੈ। ਸੋ ਪਿਆਰਿਓ, ਜਿਸ ਵੇਲੇ ਮਹਾਰਾਣੀ ਬਾਸ਼ਲ ਦੀ ਦਾਸੀ ਸਾਰਾ ਕੁਝ ਦੇਖ ਕੇ ਸੁਣ ਕੇ ਮਹਾਰਾਣੀ ਬਾਸ਼ਲ ਦੇ ਕੋਲ ਮਹਿਲਾਂ ਦੇ ਵਿੱਚ ਚਲੀ ਜਾਂਦੀ ਆ। ਮਹਾਰਾਣੀ ਬਾਸ਼ਲ ਨੇ ਪੁੱਛਿਆ ਕਿ ਦਾਸੀ, ਰਾਣੀ ਸਿਲੀਅਰ ਆ ਗਈ? ਕਿਹਾ ਕਿ ਨਹੀਂ ਮਹਾਰਾਣੀ, ਰਾਣੀ ਸਿਲੀਅਰ ਮੇਰੇ ਨਾਲ ਆਈ ਨਹੀਂ। ਕਿਉਂ? ਵਜ੍ਹਾ ਕੀ ਹੈ? ਦੱਸ ਦਾਸੀ, ਕੀ ਗੱਲ ਹੈ? ਕਾਹਤੇ ਨਹੀਂ ਤੇਰੇ ਨਾਲ ਆਈ? ਰਾਣੀ, ਗੱਲ ਇਹ ਆ ਕਿ ਮੈਨੂੰ ਕੁਛ ਅੱਛਾ ਨਹੀਂ ਲੱਗਾ। ਰਾਣੀ ਬਾਸ਼ਲ ਪੁੱਛਦੀ ਹੈ ਕਿ ਤੈਨੂੰ ਕੁਛ ਅੱਛਾ ਕੀ ਨਹੀਂ ਅੱਛਾ ਲੱਗਾ? ਮਹਾਰਾਣੀ, ਜਿਸ ਵੇਲੇ ਮੈਂ ਮਹਿਲਾਂ ਦੇ ਵਿੱਚ ਗਈ ਮੈਨੂੰ ਬੜਾ ਅਜੀਬ ਦੇਖਣ ਨੂੰ ਮਿਲਿਆ। ਤਾਂ ਮਹਾਰਾਣੀ ਬਾਸ਼ਲ ਧਿਆਨ ਦੇ ਨਾਲ ਗੱਲ ਕਰਦੀ ਹੈ ਕਿ ਐ ਦਾਸੀ, ਤੈਨੂੰ ਜਿਹੜੀ ਵੀ ਗੱਲ ਉਹ ਦੇਖਣ ਨੂੰ ਮਿਲੀ ਆ ਮੈਨੂੰ ਜਲਦੀ ਦੱਸ, ਕੀ ਗੱਲ ਆ? ਮੇਰੀ ਬਹੂ ਨੂੰ ਤੂੰ ਕਿਉਂ ਨਾਲ ਨਹੀਂ ਲੈ ਕੇ ਆਈ? ਉਹ ਤੇਰੇ ਨਾਲ ਆਈ ਨਹੀਂ, ਵਜ੍ਹਾ ਕੀ ਆ? ਤਾਂ ਮਹਾਰਾਣੀ ਬਾਸ਼ਲ ਨੂੰ ਦੱਸਿਆ ਦਾਸੀ ਨੇ ਕਿ ਐ ਰਾਣੀ, ਅੱਜ ਮੈਂ ਦੇਖਿਆ ਕਿ ਤੇਰੀ ਬਹੂ ਨੇ ਸ਼ਿੰਗਾਰ ਕੀਤੇ ਸੀ। ਤੇਰੀ ਬਹੂ ਦੇ ਹੱਥਾਂ ਤੇ ਅਜੇ ਤੱਕ ਵੀ ਮਹਿੰਦੀ ਲੱਗੀ ਹੋਈ ਹੈ, ਜਾ ਕੇ ਦੇਖ ਸਕਦੀ ਹਾਂ। ਤਾਂ ਮਹਾਰਾਣੀ ਬਾਸ਼ਲ ਨੇ ਕਿਹਾ ਕਿ ਐ ਦਾਸੀ, ਤੂੰ ਕੀ ਕਹਿ ਰਹੀ ਹੈ? ਇਹ ਹੋ ਨਹੀਂ ਸਕਦਾ। ਤੂੰ ਰਾਣੀ ਸਿਲੀਅਰ ਨੂੰ ਸਮਝ ਨਹੀਂ ਸਕੀ। ਰਾਣੀ ਸਿਲੀਅਰ ਇੱਕ ਸ਼ਕਤੀ ਹੈ, ਤੂੰ ਇਹ ਕਿਵੇਂ ਕਹਿ ਸਕਦੀ ਹੈ? ਕਹਿੰਦੀ ਰਾਣੀ, ਐ ਮਹਾਰਾਣੀ ਬਾਸ਼ਲ, ਮੈਂ ਕੀ ਕਹਿਣਾ, ਮੈਂ ਕੀ ਕਹਿ ਸਕਦੀ ਹਾਂ? ਮੈਂ ਆਪਣੇ ਅੱਖਾਂ ਨਾਲ ਦੇਖ ਕੇ ਆਈ ਹਾਂ, ਲੇਕਿਨ ਤੂੰ ਜਾ ਕੇ ਦੇਖ ਸਕਦੀ ਹਾਂ। ਇਸ ਵੇਲੇ ਰਾਣੀ ਸਿਲੀਅਰ ਦੇ ਹੱਥਾਂ ਤੇ ਮਹਿੰਦੀ ਲੱਗੀ ਹੋਈ ਆ, ਬਾਕੀ ਸ਼ਿੰਗਾਰ ਸਾਰੇ ਉਤਾਰ ਦਿੱਤੇ। ਮੈਨੂੰ ਇਹ ਵੀ ਗੱਲ ਕਹੀ ਕਿ ਮਾਤਾ ਬਾਸ਼ਲ ਨੂੰ ਜਾ ਕੇ ਇਹ ਗੱਲ ਦੱਸੀ ਨਾ, ਲੇਕਿਨ ਮੈਂ ਇਹਨਾਂ ਮਹਿਲਾਂ ਦਾ ਨਮਕ ਖਾਧਾ, ਮੈਂ ਇਹਨਾਂ ਮਹਿਲਾਂ ਦੇ ਵਿੱਚ ਰਹਿੰਦੀ ਹਾਂ। ਮੈਂ ਮਹਾਰਾਣੀ ਬਾਸ਼ਲ ਕਿਉਂ ਨਾ ਤੇਰੇ ਨਾਲ ਆ ਕੇ ਗੱਲ ਕਰਦੀ? ਜਿਸ ਵੇਲੇ ਸਾਰੀਆਂ ਗੱਲਾਂ ਮਹਾਰਾਣੀ ਬਾਸ਼ਲ ਨੇ ਸੁਣੀਆਂ ਤਾਂ ਗੁੱਸਾ ਆ ਗਿਆ। ਹੁਣ ਆਪਣੀ ਦਾਸੀ ਨੂੰ ਕਹਿ ਕੇ ਚੱਲ ਮੇਰੇ ਨਾਲ ਜਰਾ। ਮਹਾਰਾਣੀ ਬਾਸ਼ਲ ਨੇ ਮਹਿਲਾਂ ਦੇ ਵਿੱਚੋਂ ਤਲਵਾਰ ਚੱਕ ਲਈ। ਤਲਵਾਰ ਚੱਕ ਕੇ ਮਿਆਨ ਚੋਂ ਧੂ ਕੇ ਰਾਣੀ
ਸਿਲੀਅਰ ਦੇ ਮਹਿਲਾਂ ਦੇ ਵਿੱਚ ਜਾ ਵੜੀ। ਮਹਾਰਾਣੀ ਬਾਸ਼ਲ ਨੇ ਜਾ ਕੇ ਰਾਣੀ ਸਿਲੀਅਰ ਨੂੰ ਫੜ ਕੇ ਜ਼ਮੀਨ 'ਤੇ ਸਿੱਟ ਕੇ ਉਹਦੀ ਛਾਤੀ 'ਤੇ ਪੈਰ ਰੱਖ ਦਿੱਤਾ ਕਿ ਐ ਸਿਲੀਅਰ ਬੋਲ ਕਿ ਜੋ ਦਾਸੀ ਕਹਿ ਰਹੀ ਹੈ ਸੱਚ ਹੈ। ਤਾਂ ਰਾਣੀ ਸਿਲੀਅਰ ਨੇ ਕਿਹਾ ਕਿ ਮਾਤਾ ਜੀ ਜੋ ਇਹਨੇ ਕਿਹਾ ਹੈ ਸੱਚ ਹੀ ਹੈ, ਪਰ ਉਹਦੇ ਵਿੱਚ ਕੁਛ ਵੀ ਇੱਦਾਂ ਦੀ ਗੱਲ ਹੈ ਨਹੀਂ। ਮਹਾਰਾਣੀ ਬਾਸ਼ਲ ਨੇ ਕਿਹਾ ਕਿ ਕਿਹੜਾ ਤੇਰੇ ਮਨ ਵਿੱਚ ਬਸਿਆ, ਕਿਹਦੀ ਖੁਸ਼ੀ ਮਨਾਮਦੀ, ਤੂੰ ਕਿਹਦੀ ਖਾਤਰ ਹਾਰ ਸ਼ਿੰਗਾਰ ਲਗਾਮਦੀ। ਐ ਰਾਣੀ ਤੂੰ ਕਿਹਦੇ ਲਈ ਇਹ ਸਾਰੇ ਹਾਰ ਸ਼ਿੰਗਾਰ ਲਾਉਂਦੀ ਆ, ਮੈਨੂੰ ਖੁੱਲ੍ਹ ਕੇ ਇਹ ਗੱਲ ਦੱਸ ਦੇ। ਲੇਕਿਨ ਗੱਲ ਇਹ ਆ ਕਿ ਮੈਂ ਇਹ ਸਾਰਾ ਕੁਝ ਸੁਣ ਲਿਆ, ਲੇਕਿਨ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਕੁਛ ਵੀ। ਉਨਾ ਚਿਰ ਮੈਂ ਤੈਨੂੰ ਉੱਠਣ ਨਹੀਂ ਦੇਵਾਂਗੀ ਜਿੰਨਾ ਚਿਰ ਸੱਚ ਦੱਸਦੀ ਨਹੀਂ ਤਾਂ ਮਿੰਟਾਂ ਦੇ ਵਿੱਚ ਹੀ ਤੇਰਾ ਸਿਰ ਕਲਮ ਕਰ ਦਿਆਂਗੀ। ਤੈਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ, ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਤੂੰ ਕਿਸ ਖਾਨਦਾਨੀ ਦੀ ਬਹੂ ਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤਲਵਾਰਾਂ ਦੇ ਨਾਲ ਪ੍ਰੀਤਾਂ ਰੱਖੀਆਂ, ਜਿਨ੍ਹਾਂ ਨੇ ਇੱਜ਼ਤ ਅਤੇ ਅਣਖ ਦੀ ਖਾਤਰ ਜਾਨਾਂ ਦੀ ਪਰਵਾਹ ਨਹੀਂ ਕੀਤੀ। ਲੇਕਿਨ ਇਹ ਕਿਵੇਂ ਸਾਰਾ ਕੁਝ ਖੋ ਗਿਆ? ਇਹ ਕਿਉਂ ਹੱਥਾਂ 'ਤੇ ਤੇਰੇ ਮਹਿੰਦੀ ਲੱਗੀ ਹੋਈ ਮੈਂ ਦੇਖ ਰਹੀ ਹਾਂ। ਮਹਾਰਾਣੀ ਸਿਲੀਅਰ ਨੇ ਕਿਹਾ ਕਿ ਮਾਤਾ ਜੀ ਗੱਲ ਇਹ ਆ ਕਿ ਠੀਕ ਹੈ ਮਹਿੰਦੀ ਮੇਰੇ ਹੱਥਾਂ 'ਤੇ ਲੱਗੀ ਹੋਈ ਆ, ਲੇਕਿਨ ਲੱਗੀ ਇਸ ਕਰਕੇ ਆ ਕਿ ਅੱਜ ਮੈਨੂੰ ਉਹ ਦਿਨ ਚੇਤੇ ਆ ਗਿਆ ਜਿਸ ਦਿਨ ਮੈਂ ਇਹਨਾਂ ਮਹਿਲਾਂ ਦੇ ਵਿੱਚ ਵਿਆਹ ਕੇ ਆਈ ਸੀ। ਮਹਾਰਾਣੀ ਬਾਸ਼ਲ ਨੇ ਕਿਹਾ ਕਿ ਠੀਕ ਆ, ਪਰ ਇਹ ਨਹੀਂ ਹੋ ਸਕਦਾ ਕਿ ਤੂੰ ਸ਼ਿੰਗਾਰ ਕਰਕੇ ਬੈਠੇ, ਤੂੰ ਹੱਥਾਂ 'ਤੇ ਮਹਿੰਦੀ ਵੀ ਲਾ ਲਵੇਂ, ਇਹ ਨਹੀਂ ਹੋ ਸਕਦਾ। ਤੈਨੂੰ ਸੱਚ ਦੱਸਣਾ ਪਊਗਾ ਜੇ ਜਾਨ ਪਿਆਰੀ ਹੈ। ਜੇ ਜਾਨ ਬਚਾਉਣੀ ਆ ਤਾਂ ਤੈਨੂੰ ਸੱਚ ਦੱਸਣਾ ਪਊਗਾ, ਨਹੀਂ ਤਾਂ ਮੈਂ ਤੇਰਾ ਸਿਰ ਕਲਮ ਕਰ ਦੇਣਾ, ਮੈਂ ਜਿਉਂਦੀ ਨਹੀਂ ਛੱਡਾਂਗੀ। ਪੁੱਤਰ ਇਹ ਸਾਡੀ ਖਾਨਦਾਨੀ ਵੱਲ ਕਿਸੇ ਦੀ ਜ਼ਰੂਰਤ ਨਹੀਂ ਕਿ ਦੇਖ ਸਕੇ ਤੂੰ ਇਹ ਕਿਹੋ ਜਿਹਾ ਕੰਮ ਕੀਤਾ। ਮੈਨੂੰ ਸੱਚ ਦੱਸਣਾ ਪੈਣਾ ਤੈਨੂੰ। ਲੇਕਿਨ ਹੁਣ ਮਹਾਰਾਣੀ ਸਿਲੀਅਰ ਫਸ ਗਈ। ਜੇ ਦੱਸਦੀ ਆ ਤਾਂ ਵੀ ਨਹੀਂ ਬਚਦੀ, ਜੇ ਨਹੀਂ ਦੱਸਦੀ ਤਾਂ ਵੀ ਨਹੀਂ ਬਚਦੀ। ਕਿਉਂ? ਯਾਹਰ ਪੀਰ ਜੀ ਨੇ ਇਹ ਬਚਨ ਕੀਤੇ ਹੋਏ ਸੀ ਕਿ ਜਿਸ ਦਿਨ ਤਾਂ ਇਹ ਗੱਲ ਕਿਸੇ ਨੂੰ ਦੱਸ ਦਿੱਤੀ ਤਾਂ ਮੁੜ ਕੇ ਮੈਂ ਫੇਰ ਆਉਣਾ ਨਹੀਂ। ਤਾਂ ਹੁਣ ਮਹਾਰਾਣੀ ਸਿਲੀਅਰ ਨੂੰ ਇਹ ਆ ਕਿ ਜੇਕਰ ਮੈਂ ਇਹ ਗੱਲ ਮਾਤਾ ਬਾਸ਼ਲ ਦੇ ਨਾਲ ਕਰ ਦਿੰਦੀ ਆ ਤਾਂ ਯਾਹਰ ਪੀਰ ਨੇ ਮੁੜ ਕੇ ਆਉਣਾ ਨਹੀਂ। ਜੇ ਨਹੀਂ ਕਰਦੀ ਤਾਂ ਅੱਜ ਮਹਾਰਾਣੀ ਬਾਸ਼ਲ ਤੋਂ ਬਚਣਾ ਬੜਾ ਮੁਸ਼ਕਿਲ ਹੈ। ਕੀ ਕਰਾਂ? ਲੇਕਿਨ ਬੜੇ ਤਰਲੇ ਕੀਤੇ ਰਾਣੀ ਸਿਲੀਅਰ ਨੇ ਕਿ ਮਾਤਾ ਜੀ ਤੁਸੀਂ ਐਵੇਂ ਵਹਿਮ 'ਚ ਨਾ ਕਿਸੇ 'ਚ ਵੀ ਫਸੋ, ਮੇਰੇ ਕੋਲ ਰਹਿ ਕੇ ਦੇਖ ਲਓ ਦਿਨ ਰਾਤ। ਲੇਕਿਨ ਜਿਸ ਵੇਲੇ ਮਹਾਰਾਣੀ ਬਾਸ਼ਲ ਕਿਸੇ ਵੀ ਗੱਲ ਲਈ ਮੰਨਦੀ ਨਹੀਂ, ਕਿਸੇ ਵੀ ਗੱਲ ਨੂੰ ਨਹੀਂ ਮੰਨਦੀ, ਆਖਰ ਹੁਣ ਰਾਣੀ ਸਿਲੀਅਰ ਨੇ ਇਹ ਗੱਲ ਕੀਤੀ ਕਿ ਮਾਤਾ ਜੀ ਗੱਲ ਜੇ ਤੁਸੀਂ ਹੁਣ ਨਹੀਂ ਹਟਦੇ, ਨਹੀਂ ਮੰਨਦੇ, ਜੇਕਰ ਮੇਰੇ ਕੋਲ ਇਸ ਗੱਲ ਦਾ ਸੱਚ ਜਾਣਨਾ ਚਾਹੁੰਦੇ ਆ ਤਾਂ ਮੇਰੇ ਨਾਲ ਬਚਨ ਕਰੋ। ਜੇਕਰ ਮੇਰੇ ਇਹ ਸੱਚ ਬੋਲਣ ਦੇ ਨਾਲ ਮੇਰੀ ਕੋਈ ਚੀਜ਼ ਮੇਰੇ ਕੋਲੋਂ ਗਾਇਬ ਹੋ ਜਾਂਦੀ ਆ ਤਾਂ ਉਹਨੂੰ ਤੁਸੀਂ ਲਿਆ ਕੇ ਦੇਣਾ ਪਵੇਗਾ। ਤੁਸੀਂ ਲਿਆ ਕੇ ਦੇਵੋਗੇ, ਉਸ ਗੱਲ ਦੀ ਤੁਹਾਡੀ ਜ਼ਿੰਮੇਵਾਰੀ ਹੋਵੇਗੀ। ਤਾਂ
ਮਹਾਰਾਣੀ ਬਾਸ਼ਲ ਸੋਚਦੀ ਵੀ ਇੱਦਾਂ ਦੀ ਕਿਹੜੀ ਗੱਲ ਹੋਵੇਗੀ, ਕਿਹੜੀ ਚੀਜ਼ ਇਹਦੀ ਦੱਸਣ ਦੇ ਨਾਲ ਗਾਇਬ ਹੋ ਸਕਦੀ ਆ। ਮਹਾਰਾਣੀ ਸਿਲੀਅਰ ਨੇ ਕਿਹਾ ਕਿ ਮਾਤਾ ਜੀ ਉਹ ਚੀਜ਼ ਮੁੜ ਕੇ ਮੈਨੂੰ ਮਿਲਣੀ ਨਹੀਂ, ਮੈਂ ਦੱਸ ਦਿੰਨੀ ਆ ਸੱਚ, ਪਰ ਇਸ ਗੱਲ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਮੇਰੀ ਕੋਈ ਵੀ ਚੀਜ਼ ਗਾਇਬ ਹੋ ਜਾਵੇ ਮੈਨੂੰ ਲੈ ਕੇ ਦੇਣੀ ਪਵੇਗੀ, ਇਸ ਗੱਲ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਉਹ ਚੀਜ਼ ਮੈਨੂੰ ਤੁਸੀਂ ਪ੍ਰਾਪਤ ਕਰਕੇ ਦੇਵੋਗੇ, ਚਾਹੇ ਉਹ ਚੀਜ਼ ਹੋਵੇ, ਚਾਹੇ ਕੋਈ ਜੀਵ ਹੋਵੇ, ਚਾਹੇ ਕੋਈ ਇਨਸਾਨ ਹੋਵੇ, ਜਿਹੜਾ ਮੇਰੇ ਤੋਂ ਵਿਛੜ ਗਿਆ, ਦੱਸਣ ਦੇ ਨਾਲ ਉਹ ਤੁਹਾਨੂੰ ਲਿਆ ਕੇ ਦੇਣਾ ਪਵੇਗਾ। ਮਹਾਰਾਣੀ ਬਾਸ਼ਲ ਇਸੇ ਤਰ੍ਹਾਂ ਸੋਚਦੀ ਹੈ ਕਿ ਉਹ ਕਿਹਦੀ ਗੱਲ ਹੋ ਸਕਦੀ। ਆਖਰ ਜਿਸ ਵੇਲੇ ਨਾ ਰਾਣੀ ਸਿਲੀਅਰ ਦੱਸਣ ਲਈ ਮੰਨਦੀ ਆ ਬਿਨਾਂ ਬਚਨਾਂ ਤੋਂ, ਔਰ ਨਾ ਮਹਾਰਾਣੀ ਬਾਸ਼ਲ ਪੁੱਛੇ ਤੋਂ ਬਿਨਾਂ ਰਹਿ ਸਕਦੀ ਆ, ਤਾਂ ਹੁਣ ਮਹਾਰਾਣੀ ਬਾਸ਼ਲ ਨੇ ਬਚਨ ਦੇ ਦਿੱਤੇ ਕਿ ਪੁੱਤਰ ਠੀਕ ਹੈ, ਤੇਰੀ ਕੋਈ ਵੀ ਚੀਜ਼, ਕੋਈ ਜੀ ਗਾਇਬ ਹੋ ਜਾਵੇ, ਉਸ ਗੱਲ ਦੀ ਮੇਰੀ ਜ਼ਿੰਮੇਵਾਰੀ ਆ। ਮੈਂ ਤੈਨੂੰ ਲਿਆ ਕੇ ਦੇਵਾਂਗੀ, ਮੈਂ ਤੈਨੂੰ ਮੰਗਵਾ ਕੇ ਦੇਵਾਂਗੀ, ਜੋ ਮਰਜ਼ੀ ਹੋ ਜਾਵੇ, ਜਿੱਥੇ ਤੱਕ ਵੀ ਮੇਰਾ ਬਾਹ ਲੱਗੇ ਮੈਂ ਲਾਉਂਗੀ। ਕਹਿੰਦੀ ਇੱਦਾਂ ਨਹੀਂ ਮਾਤਾ ਜੀ, ਬਾਹ ਲੱਗੇ ਲਾਉਣ ਦੀ ਗੱਲ ਨਹੀਂ, ਮੈਨੂੰ ਉਹ ਚੀਜ਼ ਮੁੜ ਕੇ ਪ੍ਰਾਪਤ ਕਰਕੇ ਦੇਣੀ ਪਊਗੀ ਤੁਹਾਨੂੰ, ਇਸ ਗੱਲ ਦੇ ਬਚਨ ਦੇ ਦਿਓ। ਹੁਣ ਮਹਾਰਾਣੀ ਬਾਸ਼ਲ ਨੇ ਇਸ ਗੱਲ ਨੂੰ ਜ਼ਰੂਰ ਜਾਣਨਾ ਸੀ। ਮਹਾਰਾਣੀ ਬਾਸ਼ਲ ਨੇ ਕਹਿ ਦਿੱਤਾ ਕਿ ਠੀਕ ਹੈ ਪੁੱਤਰ, ਇਹ ਗੱਲ ਮੈਨੂੰ ਦੱਸਣ ਦੇ ਨਾਲ, ਇਹ ਗੱਲ ਜੇ ਤੂੰ ਮੈਨੂੰ ਦੱਸਦੀ ਹੈ ਤੇਰੀ ਕੋਈ ਵੀ ਚੀਜ਼, ਕੋਈ ਜੀਵ ਗਾਇਬ ਹੁੰਦਾ, ਤਾਂ ਇਸ ਗੱਲ ਦੀ ਜ਼ਿੰਮੇਵਾਰੀ ਮੇਰੀ ਹੈ, ਮੈਂ ਤੈਨੂੰ ਮੰਗਵਾ ਕੇ ਦੇਵਾਂਗੀ, ਮੈਂ ਤੈਨੂੰ ਲਿਆ ਕੇ ਦੇਵਾਂਗੀ। ਤਾਂ ਮਹਾਰਾਣੀ ਸਿਲੀਅਰ ਨੇ ਕਿਹਾ ਕਿ ਮਾਤਾ ਜੀ ਤੁਹਾਡੇ ਪੁੱਤਰ ਗੁੱਗਾ ਰਜਾਦਾ ਚੌਥੇ ਰਾਤ ਦੇ ਪਹਿਰ ਮੇਰੇ ਕੋਲ ਮਹਿਲਾਂ ਦੇ ਵਿੱਚ ਆਉਂਦਾ ਹੈ। ਜਿਸ ਵੇਲੇ ਇਹ ਗੱਲ ਸੁਣੀ ਕਿ ਗੁੱਗਾ ਰਜਾਦਾ ਮਹਿਲਾਂ ਦੇ ਵਿੱਚ ਆਉਂਦਾ ਰਾਤ ਦੇ ਚੌਥੇ ਪਹਿਰ ਦੇ ਵਿੱਚ, ਤਾਂ ਮਹਾਰਾਣੀ ਬਾਸ਼ਲ ਨੇ ਕਿਹਾ ਕਿ ਪੁੱਤਰ ਤੂੰ ਮੈਨੂੰ ਦੱਸਿਆ ਨਹੀਂ, ਪਹਿਲਾਂ ਦੱਸਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਮਾਤਾ ਜੀ ਉਹਨੇ ਮੇਰੇ ਨਾਲ ਇਹ ਬਚਨ ਕੀਤੇ ਵਾ ਕਿ ਜਿਸ ਦਿਨ ਤੂੰ ਇਹ ਗੱਲ ਕਿਸੇ ਕੋਲ ਵੀ ਦੱਸ ਦਿੱਤੀ ਤਾਂ ਮੈਂ ਮੁੜ ਕੇ ਕਦੀ ਵੀ ਤੇਰੇ ਕੋਲ ਆਵਾਂਗਾ ਨਹੀਂ। ਹੁਣ ਮਾਤਾ ਜੀ ਮੈਂ ਦਿੱਤਾ ਦੱਸ ਤੁਹਾਨੂੰ ਸੱਚ ਜੋ ਹੈ, ਲੇਕਿਨ ਜੇਕਰ ਗੁੱਗਾ ਰਜਾਦਾ ਮੇਰੇ ਕੋਲ ਨਾ ਆਇਆ ਮੁੜ ਕੇ, ਤਾਂ ਇਸ ਗੱਲ ਦੀ ਜ਼ਿੰਮੇਵਾਰੀ ਤੁਹਾਡੀ ਆ, ਤੁਸੀਂ ਮੈਨੂੰ ਵਾਪਸ ਮੰਗਵਾ ਕੇ ਲਿਆ ਕੇ ਦੇਣਾ ਪਵੇਗਾ। ਤਾਂ ਮਹਾਰਾਣੀ ਬਾਸ਼ਲ ਨੇ ਕਿਹਾ ਕਿ ਪੁੱਤਰ ਠੀਕ ਹੈ, ਪਰ ਇੱਦਾਂ ਨਹੀਂ, ਮੈਂ ਤੇਰੇ ਨਾਲ ਬਚਨ ਕੀਤੇ, ਜ਼ਬਾਨ ਕੀਤੀ ਆ, ਲੇਕਿਨ ਪਰ ਪਹਿਲਾਂ ਮੈਂ ਦੇਖਾਂਗੀ ਕਿ ਵਾਕਿਆ ਹੀ ਗੁੱਗਾ ਰਜਾਦਾ ਚੌਥੇ ਪਹਿਰ ਰਾਤ ਦੇ ਤੇਰੇ ਕੋਲ ਮਹਿਲਾਂ 'ਚ ਆਉਂਦਾ ਜਾਂ ਨਹੀਂ। ਮੈਂ ਦੇਖਾਂਗੀ ਜੇ ਵਾਕਿਆ ਹੀ ਗੁੱਗਾ ਰਜਾਦਾ ਮਹਿਲਾਂ ਦੇ ਵਿੱਚ ਤੇਰੇ ਕੋਲ ਰਾਤ ਦੇ ਚੌਥੇ ਪਹਿਰ ਆਉਂਦਾ ਹੋਵੇਗਾ, ਮੈਨੂੰ ਦੱਸਣ ਦੇ ਨਾਲ, ਜੇਕਰ ਮੁੜ ਕੇ ਤੇਰੇ ਕੋਲ ਨਾ ਆਇਆ ਫਿਰ ਮੇਰੀ ਜ਼ਿੰਮੇਵਾਰੀ ਹੋਵੇਗੀ, ਮੈਂ ਗੁੱਗੇ ਰਜਾਦੇ ਨੂੰ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੰਗਵਾਵਾਂਗੀ। ਠੀਕ ਹੈ ਮਾਤਾ ਜੀ, ਮੈਂ ਤਾਂ ਸਾਰਾ ਕੁਛ ਹੁਣ ਦੱਸ ਦਿੱਤਾ ਤੁਹਾਨੂੰ, ਲੇਕਿਨ ਗੱਲ ਇਹ ਆ ਕਿ ਹੁਣ ਉਹਨਾਂ ਨੂੰ ਪਤਾ ਲੱਗ ਜਾਣਾ, ਲੇਕਿਨ ਮੁੜ ਕੇ ਜੇ ਉਹ ਮੇਰੇ ਕੋਲ ਨਾ ਆਏ ਤਾਂ ਇਸ ਗੱਲ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ, ਤੁਹਾਨੂੰ ਦੁਬਾਰਾ ਗੁੱਗਾ ਯਾਰ ਪੀਰ ਨੂੰ ਮੇਰੇ ਮਹਿਲਾਂ ਦੇ ਵਿੱਚ ਲਿਆ ਕੇ ਦੇਣਾ ਪਵੇਗਾ। ਠੀਕ ਹੈ। ਸੋ ਪਿਆਰਿਓ, ਅੱਜ ਰਾਣੀ ਬਾਸ਼ਲ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਗੁੱਗਾ ਰਜਾਦਾ ਰਾਤ ਦੇ ਚੌਥੇ ਪਹਿਰ ਆਉਂਦਾ। ਸੋ ਆਉਣ ਵਾਲੀ ਵੀਡੀਓ ਦੇ ਵਿੱਚ ਇਹ ਦੇਖਣਾ ਕਿ ਅੱਜ ਚੌਥੇ ਪਹਿਰ ਆਉਂਦੇ ਆ ਤਾਂ ਰਾਣੀ ਬਾਸ਼ਲ ਕੀ ਕਰਦੀ ਆ, ਇਹ ਸਾਰਾ ਕੁਝ ਆਪਾਂ ਨੇ ਅਗਲੇ ਭਾਗ ਦੇ ਵਿੱਚ ਸੁਣਨਾ ਹੈ। ਸੋ ਬੋਲਦਿਆਂ ਚੱਲਦਿਆਂ ਤੇ ਬਹੁਤ ਸਾਰੇ ਲਫ਼ਜ਼ ਵੱਧ ਘੱਟ ਕਹਿ ਹੋ ਜਾਂਦੇ ਨੇ, ਕਈ ਗੁਸਤਾਖੀਆਂ ਹੋ ਜਾਂਦੀਆਂ, ਸਰੋਤੇ ਬਖਸ਼ਣ ਯੋਗ ਹੋਇਆ ਕਰਦੇ ਨੇ। ਸੋ
ਆਉਣ ਵਾਲੀ ਵੀਡੀਓ ਤੱਕ ਲਈ ਰੱਬ ਰਾਖਾ।